सत श्री अकाल विद्यार्थियों, ਤੁਹਾਡੇ ਆਪਣੇ ਚੈਨਲ ਪੜ੍ਹੋ ਲਿਖੋ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਇਸ ਵੀਡੀਓ ਵਿੱਚ ਜਮਾਤ 8ਵੀਂ ਦੇ ਪਹਿਲੇ ਪਾਠ ਸਾਧਨ, ਕਿਸਮਾਂ ਅਤੇ ਹਿਸਾਬ ਸੰਭਾਲ, ਰਿਸੋਰਸਿਸ ਐਂਡ ਦੇਅਰ ਡਿਵੈਲਪਮੈਂਟ ਕਰਾਂਗੇ। ਬੱਚਿਓ, ਇਸ ਪਾਠ ਵਿੱਚ ਤੁਹਾਨੂੰ ਸਾਧਨਾਂ ਬਾਰੇ ਜਾਣਕਾਰੀ ਮਿਲੇਗੀ, ਉਹਨਾਂ ਦੀ ਕਿਸਮਾਂ ਬਾਰੇ ਜਾਣਕਾਰੀ ਮਿਲੇਗੀ ਅਤੇ ਤੁਸੀਂ ਜਾਣੋਗੇ ਕਿ ਜੋ ਸਾਧਨ ਹਨ ਉਹਨਾਂ ਦੀ ਆਪਾਂ ਸਾਂਭ ਸੰਭਾਲ ਕਿਵੇਂ ਕਰ ਸਕਦੇ ਹਾਂ। ਬੱਚਿਓ, ਤੁਹਾਨੂੰ ਪਤਾ ਹੀ ਹੈ ਕਿ ਰਿਸੋਰਸਿਸ, ਜਿਵੇਂ ਕਿ ਤੁਸੀਂ ਪਹਿਲਾਂ ਵਾਲੀ ਜਮਾਤਾਂ ਵਿੱਚ ਵੀ ਪੜ੍ਹਿਆ, ਰਿਸੋਰਸਿਸ ਕੀ ਹਨ? ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਗਏ ਅਰਥਵਾਨ ਪਦਾਰਥ ਜਿਹੜੇ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ, ਉਸ ਨੂੰ ਆਪਾਂ ਸਾਧਨ ਆਖਦੇ ਹਾਂ, ਜਿਵੇਂ ਕਿ ਮਿੱਟੀ, ਦਰਖਤ, ਪਾਣੀ, ਖਣਿਜ ਆਦਿ। ਜਿਵੇਂ ਜਿਵੇਂ ਮਨੁੱਖ ਦੀ ਲੋੜਾਂ ਵੱਧਦੀਆਂ ਗਈਆਂ, ਜਿਵੇਂ ਜਿਵੇਂ ਮਨੁੱਖ ਡਿਵੈਲਪ ਹੁੰਦਾ ਗਿਆ, ਉਵੇਂ ਉਵੇਂ ਉਹ ਸਾਧਨਾਂ ਦਾ ਖੋਜ ਕਰਦਾ ਗਿਆ। ਸਾਧਨ ਦੀ ਹੋਰ ਬਿਲਕੁਲ ਸੌਖੀ ਡੈਫੀਨੇਸ਼ਨ ਹੈ ਬੱਚਿਓ, ਸਾਧਨ ਉਹ ਕੁਦਰਤੀ ਤੋਹਫੇ ਹਨ ਜੋ ਮਨੁੱਖ ਲਈ ਕਿਸੇ ਨਾ ਕਿਸੇ ਰੂਪ ਵਿੱਚ ਮਹੱਤਵ ਰੱਖਦੇ ਹਨ। ਆਪਣੇ ਆਲੇ ਦੁਆਲੇ ਆਪਾਂ ਜਿੰਨੀਆਂ ਵੀ ਚੀਜ਼ਾਂ ਵਰਤਦੇ ਹਾਂ, ਜਿਹੜੀ ਸਾਡੀ ਵਰਤੋਂ ਵਿੱਚ ਆਉਂਦੇ ਨੇ, ਉਹਨਾਂ ਸਭ ਨੂੰ ਹੀ ਆਪਾਂ ਸਾਧਨ ਆਖਦੇ ਹਾਂ, ਜਿਵੇਂ ਕਿ ਹਵਾ, ਪਾਣੀ, ਮੇਜ਼, ਕੁਰਸੀ, ਮਸ਼ੀਨ, ਕਾਰਾਂ, ਜੋ ਵੀ ਮਨੁੱਖ ਦੇ ਵਰਤੋਂ ਵਿੱਚ ਆਉਂਦੀਆਂ ਨੇ, ਮਨੁੱਖ ਨੂੰ ਕਿਸੇ ਨਾ ਕਿਸੇ ਜ਼ਿੰਦਗੀ ਦੇ ਹਿੱਸੇ ਵਿੱਚ ਉਹਦਾ ਮਹੱਤਵ ਹੈ ਤਾਂ ਉਸਨੂੰ ਸਾਧਨ ਆਖਿਆ ਜਾਂਦਾ ਹੈ। ਸਾਧਨ ਨੂੰ ਆਪਾਂ 3 ਭਾਗਾਂ ਵਿੱਚ ਵੰਡ ਸਕਦੇ ਹਾਂ। ਸਾਧਨ ਕੁਦਰਤੀ ਹੋ ਸਕਦੇ ਨੇ, ਸਾਧਨ ਗੈਰ ਕੁਦਰਤੀ ਹੋ ਸਕਦੇ ਨੇ ਅਤੇ ਮਨੁੱਖੀ ਸਾਧਨ। ਇਹਨਾਂ ਬਾਰੇ ਆਪਾਂ ਜਾਣਕਾਰੀ ਪ੍ਰਾਪਤ ਕਰਦੇ ਹਾਂ। ਕੁਦਰਤੀ ਸਾਧਨ ਬੱਚਿਓ ਕਿਹੜੇ ਹੁੰਦੇ ਨੇ? ਕੁਦਰਤੀ ਸਾਧਨ, ਜਿਨ੍ਹਾਂ ਨੂੰ ਆਪਾਂ ਨੈਚੁਰਲ ਰਿਸੋਰਸਿਸ ਆਖਦੇ ਹਾਂ, ਇਹ ਸਾਨੂੰ ਕੁਦਰਤ ਦੁਆਰਾ ਪ੍ਰਦਾਨ ਕੀਤੇ ਜਾਂਦੇ ਹਨ। ਕੁਦਰਤ ਦੁਆਰਾ ਪ੍ਰਦਾਨ ਕੀਤੇ ਸਾਰੇ ਹੀ ਸਾਧਨਾਂ ਨੂੰ ਅਸੀਂ ਕੁਦਰਤੀ ਸਾਧਨ ਆਖਦੇ ਹਾਂ, ਨੈਚੁਰਲ ਰਿਸੋਰਸਿਸ ਆਖਦੇ ਹਾਂ, ਜਿਵੇਂ ਕਿ ਹਵਾ, ਪਾਣੀ, ਪਹਾੜ, ਮਿੱਟੀ। ਇਹ ਸਭ ਕੁਝ ਸਾਨੂੰ ਕੁਦਰਤ ਨੇ ਹੀ ਪ੍ਰੋਵਾਈਡ ਕੀਤਾ ਹੈ, ਤਾਂ ਇਸ ਨੂੰ ਆਪਾਂ ਕੀ ਆਖਦੇ ਹਾਂ ਬੱਚਿਓ? ਨੈਚੁਰਲ ਰਿਸੋਰਸਿਸ, ਯਾਨੀ ਕਿ ਕੁਦਰਤੀ ਸਾਧਨ। ਗੈਰ ਕੁਦਰਤੀ ਜਾਂ ਆਦਮੀ ਦੁਆਰਾ ਪੈਦਾ ਕੀਤੇ ਗਏ ਸਾਧਨ। ਗੈਰ ਕੁਦਰਤੀ ਸਾਧਨ ਕਿਹੜੇ ਨੇ ਬੱਚਿਓ? ਜਿਹੜੇ ਸਾਨੂੰ ਕੁਦਰਤ ਦੁਆਰਾ ਪ੍ਰਦਾਨ ਨਹੀਂ ਕੀਤੇ ਗਏ ਅਤੇ ਇਹਨਾਂ ਦੀ ਖੋਜ ਆਦਮੀ ਨੇ ਕੀਤੀ ਹੈ, ਇਹਨਾਂ ਨੂੰ ਆਦਮੀ ਨੇ ਬਣਾਇਆ ਹੈ, ਉਹਨੂੰ ਆਪਾਂ ਕੀ ਆਖਦੇ ਹਾਂ? ਗੈਰ ਕੁਦਰਤੀ ਸਾਧਨ, ਮੈਨ ਮੇਡ ਰਿਸੋਰਸਿਸ। ਇਹਦੇ ਐਗਜ਼ਾਮਪਲਸ ਕਿਹੜੀਆਂ ਨੇ ਬੱਚਿਓ? ਮਸ਼ੀਨਰੀ, ਜਿੰਨੀ ਵੀ ਮਸ਼ੀਨਰੀ ਆਪਾਂ ਆਪਣੇ ਆਲੇ ਦੁਆਲੇ ਦੇਖਦੇ ਹਾਂ, ਚਾਹੇ ਉਹ ਕਾਰ ਹੈ, ਚਾਹੇ ਉਹ ਕੰਪਿਊਟਰ ਹੈ, ਚਾਹੇ ਤੁਹਾਡਾ ਮੋਬਾਈਲ ਫੋਨ ਹੈ, ਇਹ ਸਭ ਕੁਝ ਹੀ ਕਿਹਨੇ ਬਣਾਇਆ ਬੱਚਿਓ? ਆਦਮੀ ਨੇ। ਅਤੇ ਦੂਸਰੇ ਐਗਜ਼ਾਮਪਲ ਹੈ ਇਹਦੀ ਆਵਾਜਾਈ ਦਾ ਢਾਂਚਾ। ਆਵਾਜਾਈ ਦਾ ਢਾਂਚਾ ਜਿਵੇਂ ਕਿ ਸਾਡੇ ਬੱਸ ਹੈ, ਰੋਡ ਹੈ, ਰੇਲਵੇ ਹੈ, ਇਹ ਸਭ ਕੁਝ ਵੀ ਕਿਹਦੇ ਵਿੱਚ ਆ ਜਾਂਦਾ ਬੱਚਿਓ? ਗੈਰ ਕੁਦਰਤੀ ਸਾਧਨ ਜਾਂ ਆਦਮੀ ਦੁਆਰਾ ਪੈਦਾ ਕੀਤੇ ਗਏ ਸਾਧਨ, ਜਿਹਨੂੰ ਆਪਾਂ ਇੰਗਲਿਸ਼ ਵਿੱਚ ਮੈਨ ਮੇਡ ਰਿਸੋਰਸਿਸ ਆਖਦੇ ਹਾਂ। ਤੀਸਰੀ ਜਿਹੜੇ ਇਸ ਦਾ ਆਪਾਂ ਰਿਸੋਰਸਿਸ ਹੈ, ਉਹ ਨੇ ਹਿਊਮਨ ਰਿਸੋਰਸ। ਹਿਊਮਨ ਰਿਸੋਰਸ ਕਿਹੜੇ ਰਿਸੋਰਸਿਸ ਨੇ? ਹਿਊਮਨ ਰਿਸੋਰਸ ਮਤਲਬ ਆਦਮੀ। ਇੱਕ ਆਦਮੀ, ਇਹ ਜਿਹਾ ਆਦਮੀ ਜੋ ਕਿਸੇ ਨਾ ਕਿਸੇ ਢੰਗ ਵਿੱਚ ਅਰਥ ਵਿਵਸਥਾ ਦੇ ਕੰਮ ਆ ਰਿਹਾ, ਉਸਨੂੰ ਕੀ ਕਿਹਾ ਜਾਂਦਾ ਬੱਚਿਓ? ਮਨੁੱਖੀ ਸਾਧਨ। ਮਨੁੱਖੀ ਬੁੱਧੀ, ਗਿਆਨ ਅਤੇ ਕੰਮ ਕਰਨ ਦੀ ਕੁਸ਼ਲਤਾ ਰੱਖਣ ਵਾਲੇ ਆਦਮੀ ਨੂੰ ਆਪਾਂ ਮਨੁੱਖੀ ਸਾਧਨ ਆਖਦੇ ਹਾਂ, ਜਿਵੇਂ ਕਿ ਡਾਕਟਰ, ਇੰਜੀਨੀਅਰ, ਟੀਚਰ, ਲੇਬਰ। ਉਹ ਸਾਰੇ ਵਿਅਕਤੀ ਜੋ ਕਿਸੇ ਨਾ ਕਿਸੇ ਤਰੀਕੇ ਨਾਲ ਅਰਥ ਵਿਵਸਥਾ ਵਿੱਚ ਜਾਂ ਆਪਣੇ ਸੰਸਾਰ ਦੇ ਵਿੱਚ ਕੰਮ ਆ ਰਹੇ ਹਨ, ਉਹਨਾਂ ਨੂੰ ਮਨੁੱਖੀ ਸਾਧਨ ਆਖਿਆ ਜਾਂਦਾ ਹੈ। ਬੱਚਿਓ, ਹੁਣ ਤੁਸੀਂ ਪੜ੍ਹਾਈ ਲਿਖਾਈ ਕਰ ਰਹੇ ਹੋ ਤਾਂ ਤੁਸੀਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਮਨੁੱਖੀ ਸਾਧਨ ਬਣ ਜਾਓਗੇ। ਉਸ ਤੋਂ ਬਾਅਦ ਬੱਚਿਓ, ਸਾਡੇ ਚੈਪਟਰ ਵਿੱਚ ਨੇ ਸਾਧਨ ਦੀਆਂ ਕਿਸਮਾਂ, ਰਿਸੋਰਸਿਸ ਟਾਈਪਸ। ਬੱਚਿਓ, ਇਹਦੇ ਵਿੱਚ ਆਪਾਂ 5-10 ਤਰ੍ਹਾਂ ਦੇ ਅਲੱਗ-ਅਲੱਗ ਸਾਧਨ ਪੜ੍ਹਾਂਗੇ। ਸਾਧਨਾਂ ਦੀਆਂ ਕਿਸਮਾਂ ਬਣੀਆਂ ਕਿਵੇਂ, ਉਹਨਾਂ ਦੀ ਉਪਜਾਊ ਕਿੱਥੋਂ ਹੋਈ, ਉਹ ਡਿਵੈਲਪ ਨੇ ਕਿ ਪੋਟੈਂਸ਼ੀਅਲ ਨੇ, ਇਸ ਪ੍ਰਕਾਰ ਨਾਲ ਕਿਸਮਾਂ ਬਣੀਆਂ। ਤਾਂ ਪਹਿਲੀ ਜਿਹੜੀ ਆਪਣੀ ਕਿਸਮ ਹੈ ਉਹ ਹੈ ਬਾਇਓਟਿਕ ਜਾਂ ਅਬਾਇਓਟਿਕ, ਮੀਨਸ ਜੀਵ ਸਾਧਨ ਜਾਂ ਨਿਰਜੀਵ ਸਾਧਨ। ਬਾਇਓਟਿਕ ਸਾਧਨ ਬੱਚੋ ਕਿਹੜੇ ਹੁੰਦੇ ਨੇ? ਉਹ ਜਿਹੇ ਸਾਧਨ ਜਿਨ੍ਹਾਂ ਵਿੱਚ ਜਾਨ ਹੁੰਦੀ ਹੈ, ਜਾਨਦਾਰ ਵਸਤਾਂ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਬੱਚਿਓ? ਜੀਵ ਸਾਧਨ ਜਾਂ ਬਾਇਓਟਿਕ ਸਾਧਨ। ਇਹਦੇ ਵਿੱਚ ਕਿਹੜੇ ਆ ਜਾਂਦੇ ਨੇ? ਜੀਵ ਜੰਤੂ, ਪੇੜ ਪੌਦੇ ਆਦਿ, ਕਿਉਂਕਿ ਇਹਨਾਂ ਸਭ ਦੇ ਵਿੱਚ ਜੀਵਨ ਹੈ, ਇਹਨਾਂ ਸਭ ਦੇ ਵਿੱਚ ਜਾਨ ਜਿਹੜੀ ਉਹ ਵੱਸਦੀ ਹੈ। ਅਬਾਇਓਟਿਕ ਸਾਧਨ ਬੱਚਿਓ ਉਹ ਜਿਹੇ ਸਾਧਨ ਜਿਹੜੇ ਨਿਰਜੀਵ ਨੇ। ਨਿਰਜੀਵ ਮਤਲਬ ਨॉन ਲਿਵਿੰਗ ਨੇ। ਐਗਜ਼ਾਮਪਲ ਸੂਰਜ, ਖਣਿਜ ਪਦਾਰਥ ਆਦਿ। ਇਹ
ਸਾਧਨਾਂ ਵਿੱਚ ਜਾਨ ਨਹੀਂ ਵਸਦੀ। ਉਸ ਤੋਂ ਬਾਅਦ ਬੱਚਿਓ ਦੂਸਰੀ ਕਿਸਮ ਹੈ ਵਿਕਸਿਤ ਸਾਧਨ ਜਾਂ ਸੰਭਾਵਿਤ ਸਾਧਨ, ਮਤਲਬ ਡਿਵੈਲਪ ਜਾਂ ਪੋਟੈਂਸ਼ੀਅਲ। ਡਿਵੈਲਪ ਅਤੇ ਪੋਟੈਂਸ਼ੀਅਲ ਦੇ ਵਿੱਚ ਦੇਖਿਓ ਬੱਚਿਓ ਕੀ ਫਰਕ ਹੈ। ਜਿਹੜੇ ਤਾਂ ਡਿਵੈਲਪ ਸਾਧਨ ਨੇ, ਡਿਵੈਲਪ ਰਿਸੋਰਸਿਸ ਨੇ, ਇਹ ਉਹੋ ਜਿਹੇ ਰਿਸੋਰਸਿਸ ਨੇ ਜਿਹੜੇ ਸਾਡੇ ਕੋਲ ਮੌਜੂਦ ਵੀ ਨੇ ਅਤੇ ਇਹਨਾਂ ਦਾ ਅਸੀਂ ਆਰਥਿਕ ਮਕਸਦ ਵਾਸਤੇ ਵਰਤੋਂ ਵੀ ਕਰਦੇ ਹਾਂ। ਮੌਜੂਦ ਅਤੇ ਆਰਥਿਕ ਮਕਸਦ ਵਾਸਤੇ ਵਰਤੇ ਜਾਂਦੇ ਹਨ ਉਹੋ ਜਿਹੇ ਸਾਧਨਾਂ ਨੂੰ ਆਪਾਂ ਕੀ ਆਖਦੇ ਹਾਂ ਬੱਚਿਓ? ਡਿਵੈਲਪ ਸਾਧਨ। ਜਿਵੇਂ ਕਿ ਸੋਨਾ, ਚਾਂਦੀ, ਕੋਲਾ ਆਦਿ। ਸੰਭਾਵਿਤ ਸਾਧਨ ਕਿਹੜੇ ਨੇ ਬੱਚਿਓ? ਇਹ ਜਿਹੇ ਸਾਧਨ ਜਿਹੜੇ ਮੌਜੂਦ ਤਾਂ ਹਨ ਪਰ ਉਹਨਾਂ ਦੀ ਵਰਤੋਂ ਹਜੇ ਨਹੀਂ ਕੀਤੀ ਜਾ ਸਕਦੀ, ਉਹਨਾਂ ਨੂੰ ਆਪਾਂ ਕੀ ਆਖਦੇ ਹਾਂ? ਸੰਭਾਵਿਤ ਸਾਧਨ ਜਾਂ ਫਿਰ ਪੋਟੈਂਸ਼ੀਅਲ ਰਿਸੋਰਸਿਸ। ਇਹ ਰਿਸੋਰਸਿਸ ਕਿਹੋ ਜਿਹੇ ਰਿਸੋਰਸਿਸ ਨੇ? ਫੋਰ ਐਗਜ਼ਾਮਪਲ ਆਪਣੀ ਧਰਤੀ ਦੇ ਹੇਠ ਮੰਨ ਲਓ ਕੋਈ ਸੋਨਾ, ਕੋਈ ਕੋਲਾ ਦੱਬਿਆ ਹੋਇਆ, ਪਰ ਹਜੇ ਸਾਨੂੰ ਉਸ ਬਾਰੇ ਨਹੀਂ ਪਤਾ ਜਾਂ ਹਜੇ ਅਸੀਂ ਉਸਦੀ ਵਰਤੋਂ ਪ੍ਰੋਪਰ ਮਸ਼ੀਨਰੀ ਨਾ ਹੋਣ ਕਰਕੇ ਨਹੀਂ ਵਰਤ ਸਕਦੇ, ਤਾਂ ਉਸਨੂੰ ਆਪਾਂ ਪੋਟੈਂਸ਼ੀਅਲ ਸਾਧਨ ਆਖਾਂਗੇ। ਉਸ ਤੋਂ ਬਾਅਦ ਬੱਚਿਓ ਹੈ ਮੁੱਕਣਯੋਗ ਸਾਧਨ ਜਾਂ ਨਾ ਮੁੱਕਣਯੋਗ ਸਾਧਨ। ਜਿਵੇਂ ਕਿ ਬੱਚਿਓ ਨਾਮ ਤੋਂ ਹੀ ਕਲੀਅਰ ਹੋ ਰਿਹਾ ਹੈ, ਮੁੱਕਣਯੋਗ ਸਾਧਨ ਐਗਜ਼ੌਸਟੇਬਲ ਰਿਸੋਰਸਿਸ ਇਹ ਜਿਹੇ ਰਿਸੋਰਸਿਸ ਹੁੰਦੇ ਹਨ ਜਿਨ੍ਹਾਂ ਦੀ ਲਗਾਤਾਰ ਅਤੇ ਜ਼ਿਆਦਾ ਵਰਤੋਂ ਕਾਰਨ ਉਹਨਾਂ ਦਾ ਜਲਦੀ ਖਤਮ ਹੋਣਾ ਸੰਭਾਵਕ ਹੈ, ਉਸ ਨੂੰ ਆਪਾਂ ਆਖਦੇ ਹਾਂ ਮੁੱਕਣਯੋਗ ਸਾਧਨ। ਜਿਵੇਂ ਕਿ ਪੈਟਰੋਲੀਅਮ। ਪੈਟਰੋਲ ਅੱਜ ਕੱਲ੍ਹ ਅਸੀਂ ਬਹੁਤ ਵਰਤਦੇ ਹਾਂ, ਜਿਵੇਂ ਜਿਵੇਂ ਕਾਰਾਂ ਵੱਧ ਗਈਆਂ, ਬੱਸਾਂ ਵੱਧ ਗਈਆਂ, ਪੈਟਰੋਲ ਦੀ ਮਾਤਰਾ ਆਪਾਂ ਬਹੁਤ ਤੇਜ਼ੀ ਨਾਲ ਪ੍ਰਯੋਗ ਕਰ ਰਹੇ ਹਾਂ, ਪਰ ਉਨੀ ਤੇਜ਼ੀ ਨਾਲ ਉਹ ਦੁਬਾਰਾ ਨਹੀਂ ਬਣ ਰਿਹਾ, ਤਾਂ ਇਹ ਸਾਧਨ ਜਲਦੀ ਹੀ ਮੁੱਕ ਜਾਵੇਗਾ, ਤਾਂ ਇਸ ਨੂੰ ਆਪਾਂ ਮੁੱਕਣਯੋਗ ਜਾਂ ਐਗਜ਼ੌਸਟੇਬਲ ਸਾਧਨ ਆਖਦੇ ਹਾਂ। ਇਹ ਦੁਬਾਰਾ ਰੀਨਿਊ ਨਹੀਂ ਹੁੰਦੇ, ਦੁਬਾਰਾ ਨਵੇਂ ਨਹੀਂ ਬਣਦੇ ਜਲਦੀ। ਦੂਸਰੇ ਪਾਸੇ ਹੈ ਨਾ ਮੁੱਕਣਯੋਗ ਇਨਐਗਜ਼ੌਸਟੇਬਲ ਸਾਧਨ। ਬੇਟਾ ਇਹ ਉਹੋ ਜਿਹੇ ਸਾਧਨ ਨੇ ਜਿਹਦੀ ਆਪਾਂ ਵਰਤੋਂ ਤਾਂ ਕਰਦੇ ਹਾਂ ਪਰ ਨਾਲ ਨਾਲ ਇਹ ਰੀਨਿਊ ਵੀ ਹੋਈ ਜਾ ਰਹੇ ਨੇ, ਨਵਿਆਏ ਹੋਏ ਜਾ ਰਹੇ ਨੇ। ਜਿਵੇਂ ਕਿ ਹਵਾ, ਜੇ ਅਸੀਂ ਆਕਸੀਜਨ ਲੈਂਦੇ ਹਾਂ ਤਾਂ ਪਲਾਂਟਸ ਉਸਨੂੰ ਕਾਰਬਨ ਡਾਈਆਕਸਾਈਡ ਨੂੰ ਫਿਰ ਆਕਸੀਜਨ 'ਚ ਕਨਵਰਟ ਕਰ ਦਿੰਦੇ ਨੇ। ਪਾਣੀ, ਵਾਟਰ ਸਾਈਕਲ ਸਾਡਾ ਚੱਲ ਰਿਹਾ ਤਾਂ ਉਹਦੇ ਨਾਲ ਪਾਣੀ ਦੁਬਾਰਾ ਰੀਨਿਊ ਹੋ ਜਾਂਦਾ, ਤਾਂ ਇਹੋ ਜਿਹੇ ਸਾਧਨ ਆ ਜਾਂਦੇ ਨੇ ਬੱਚਿਓ ਇਨ ਐਗਜ਼ੌਸਟੇਬਲ ਨਾ ਮੁੱਕਣਯੋਗ ਸਾਧਨ ਦੇ ਵਿੱਚ। ਉਸ ਤੋਂ ਬਾਅਦ ਬੇਟਾ ਆਪਣਾ ਅਗਲਾ ਹੈਗਾ ਮਿੱਟੀ, ਸੋਇਲ ਰਿਸੋਰਸਿਸ ਜਾਂ ਭੂਮੀ, ਲੈਂਡ ਰਿਸੋਰਸਿਸ। ਮਿੱਟੀ ਜਿਵੇਂ ਕਿ ਬੱਚੋ ਤੁਹਾਨੂੰ ਸਭ ਨੂੰ ਪਤਾ ਹੀ ਹੈ, ਧਰਤੀ ਦੀ ਸਭ ਤੋਂ ਉੱਪਰਲੀ ਛੋਟੀ ਜਿਹੀ ਪਰਤ ਨੂੰ ਆਪਾਂ ਮਿੱਟੀ ਆਖਦੇ ਹਾਂ। ਕਿਵੇਂ ਬਣਦੀ ਹੈ ਮਿੱਟੀ? ਮੂਲ ਚੱਟਾਨ ਦੇ ਟੁੱਟਣ ਭੱਜਣ ਕਾਰਨ, ਜਲਵਾਯੂ ਕਾਰਨ, ਰੁੱਖਾਂ ਜਾਂ ਬੂਟਿਆਂ ਦੀ ਜਿਹੜੀ ਤੱਤ ਨੇ ਉਹਨਾਂ ਦੀ ਅਸਰ ਕਾਰਨ ਇਹ ਜਿਹੜੀ ਮਿੱਟੀ ਹੈ ਉਹ ਬਣਦੀ ਹੈ। ਮਿੱਟੀ ਸਾਡੇ ਕਿਸ ਕੰਮ ਆਉਂਦੀ ਹੈ ਬੱਚਿਓ? ਪੌਦਿਆਂ, ਫਸਲਾਂ ਦੇ ਉੱਗਣ ਦੇ ਵਿੱਚ ਅਹਿਮ ਰੋਲ ਪਲੇ ਕਰਦੀ ਹੈ ਜਿਹੜੀ ਆਪਣੀ ਮਿੱਟੀ ਹੈ। ਮਿੱਟੀ ਦੀਆਂ ਕਈ ਕਿਸਮਾਂ ਹਨ, ਜਿਵੇਂ ਕਿ ਚੀਕਣੀ ਮਿੱਟੀ, ਲਾਲ ਮਿੱਟੀ, ਕਾਲੀ ਮਿੱਟੀ। ਇਹ ਆਪਾਂ ਅਗਲੇ ਆਉਣ ਵਾਲੇ ਚੈਪਟਰਸ ਦੇ ਵਿੱਚ ਪੜ੍ਹਾਂਗੇ ਬੱਚਿਓ। ਉਸ ਤੋਂ ਬਾਅਦ ਹੈ ਭੂਮੀ, ਲੈਂਡ ਰਿਸੋਰਸ। ਭੂਮੀ ਜਾਂ ਲੈਂਡ ਰਿਸੋਰਸ ਕਿਹੜੀ ਹੈ ਬੱਚਿਓ? ਇਹ ਜੀ ਰਿਸੋਰਸ ਨੂੰ ਆਪਾਂ ਲੈਂਡ ਰਿਸੋਰਸ ਜਾਂ ਭੂਮੀ ਰਿਸੋਰਸ ਆਖਦੇ ਹਾਂ। ਜ਼ਮੀਨ ਜਿਸ 'ਤੇ ਮਨੁੱਖ ਆਪਣੀਆਂ ਆਰਥਿਕ ਜਾਂ ਕੋਈ ਹੋਰ ਗਤੀਵਿਧੀਆਂ ਕਰਦਾ ਹੈ। ਜਿੱਥੇ ਹੁਣ ਤੁਸੀਂ ਬੈਠੇ ਹੋ, ਜਿੱਥੇ ਆਪਣੀ ਬੱਸਾਂ ਚੱਲਦੀਆਂ ਨੇ, ਜਿੱਥੇ ਆਪਣੀ ਰੇਲਵੇ ਚੱਲਦੀ ਹੈ, ਸਾਰਾ ਕੀ ਹੈ? ਜ਼ਮੀਨ ਹੈ। ਜ਼ਮੀਨ ਕਿਸ ਕਿਸ ਚੀਜ਼ਾਂ ਦੇ ਕੰਮ ਆਉਂਦੀ ਹੈ? ਸਾਡੇ ਖੇਤੀਬਾੜੀ ਕਰਨ ਦੇ, ਉਦਯੋਗ ਬਣਾਉਣ ਦੇ, ਇੰਡਸਟਰੀਜ਼ ਬਣਾਉਣ ਦੇ, ਆਵਾਜਾਈ ਦੇ ਸਾਧਨ ਵਿਕਸਿਤ ਕਰਨ ਲਈ ਸਾਡੇ ਕੋਲ ਜਿਹੜੀ ਜ਼ਮੀਨ ਹੈ ਉਹ ਕੰਮ ਆਉਂਦੀ ਹੈ। ਉਸ ਤੋਂ ਬਾਅਦ ਬੱਚੇ ਆ ਗਿਆ ਸਮੁੰਦਰੀ ਸਾਧਨ ਜਾਂ ਖਣਿਜ ਸਾਧਨ। ਸਮੁੰਦਰੀ ਸਾਧਨ ਯਾਨੀ ਕਿ ਮਰੀਨ ਰਿਸੋਰਸਿਸ। ਇਹ ਜਿਹੇ ਰਿਸੋਰਸਿਸ ਜਿਹੜੇ ਸਾਨੂੰ ਸਾਗਰ ਜਾਂ ਸਮੁੰਦਰਾਂ ਤੋਂ ਮਿਲਦੇ ਹਨ, ਠੀਕ ਹੈ। ਇਸ ਤੋਂ ਇਲਾਵਾ ਸਮੁੰਦਰਾਂ ਦੇ ਨੇੜੇ ਦੇ ਜਿਹੜੇ ਤੱਟ ਨੇ, ਜਿਹੜੇ ਪੋਰਟਸ ਨੇ, ਉਹ ਵੀ ਇਹੀ ਸਾਧਨਾਂ ਦੇ ਵਿੱਚ ਆ ਜਾਂਦੇ ਨੇ। ਸਾਨੂੰ ਸਮੁੰਦਰਾਂ ਤੋਂ ਮੱਛੀਆਂ ਮਿਲਦੀਆਂ ਨੇ, ਸਿੱਪੀਆਂ ਮਿਲਦੀਆਂ, ਮੋਤੀ ਮਿਲਦੇ ਨੇ, ਹੋਰ ਬਹੁਤ ਤਰ੍ਹਾਂ ਦੇ ਖਣਿਜ ਪ੍ਰਾਪਤ ਹੁੰਦੇ ਨੇ ਬੱਚੋ ਸਾਨੂੰ ਸਮੁੰਦਰੀ ਸਾਧਨ ਤੋਂ। ਉਸ ਤੋਂ ਬਾਅਦ ਆ ਗਿਆ ਖਣਿਜ ਸਾਧਨ। ਖਣਿਜ ਸਾਧਨ ਜਿਹਨੂੰ ਆਪਾਂ ਮਿਨਰਲ ਰਿਸੋਰਸਿਸ ਆਖਦੇ ਹਾਂ, ਇਹ ਇਹੋ ਜਿਹੇ ਰਿਸੋਰਸਿਸ ਹਨ ਜਿਹੜੇ ਸਾਨੂੰ ਧਰਤੀ ਤੋਂ ਮਿਲਦੇ ਨੇ ਅਤੇ ਇਹ ਪਦਾਰਥ ਸਾਡੇ ਬਹੁਤ ਕੰਮਾਂ ਲਈ ਕੰਮ ਆਉਂਦੇ ਨੇ ਬੱਚੇ, ਜਿਵੇਂ ਕਿ ਲੋਹਾ, ਤਾਂਬਾ, ਸੋਨਾ ਆਦਿ। ਐਂਡ 'ਤੇ ਬੱਚੇ ਸਾਡਾ ਜਿਹੜਾ ਇੱਕ ਟੌਪਿਕ ਹੈ ਉਹ ਹੈ ਸਾਧਨਾਂ ਦੀ ਸਾਂਭ ਸੰਭਾਲ। ਹੁਣ ਸਾਨੂੰ ਪਤਾ ਲੱਗ ਗਿਆ ਰਿਸੋਰਸਿਸ ਹੁੰਦੇ ਕੀ ਨੇ, ਸਾਧਨ ਹੁੰਦੇ ਕੀ ਨੇ। ਉਹ ਸਾਰੀਆਂ ਚੀਜ਼ਾਂ ਜੋ ਮਨੁੱਖ ਦੇ ਕਿਸੇ ਵੀ ਢੰਗ ਨਾਲ ਕੰਮ ਵਿੱਚ ਆਉਂਦੀਆਂ ਨੇ, ਵਰਤੋਂ ਵਿੱਚ ਆਉਂਦੀਆਂ ਨੇ, ਉਸਨੂੰ ਅਸੀਂ ਸਾਧਨ ਆਖਦੇ ਹਾਂ। ਸਾਧਨਾਂ ਦੀ ਕੰਜ਼ਰਵੇਸ਼ਨ ਯਾਨੀ ਕਿ ਸਾਂਭ ਸੰਭਾਲ ਦੀ ਲੋੜ ਹੀ ਕਿਉਂ ਪਈ ਬੱਚੇ?
ਕੁਝ ਸਾਧਨ ਇਹੋ ਜਿਹੇ ਹਨ ਜਿਹੜੇ ਰਿਨਿਊ ਨਹੀਂ ਹੁੰਦੇ। ਆਪਾਂ ਹੁਣੀ ਪੜ੍ਹਿਆ ਸੀ ਐਗਜ਼ੌਸਟੇਬਲ ਸਾਧਨ, ਤਾਂ ਉਹ ਜਲਦੀ ਖਤਮ ਹੋ ਸਕਦੇ ਨੇ ਅਤੇ ਹੋ ਸਕਦਾ ਆਉਣ ਵਾਲੀ ਪੀੜ੍ਹੀ ਨੂੰ ਉਹ ਚੀਜ਼ ਮਿਲੇ ਹੀ ਨਾ। ਤਾਂ ਇਸ ਲਈ ਸਾਨੂੰ ਸਾਧਨ ਦੀ ਸਾਂਭ ਸੰਭਾਲ ਕਰਨੀ ਜ਼ਰੂਰੀ ਹੈ। ਮਨੁੱਖ ਸਾਧਨਾਂ ਨੂੰ ਆਪਣੇ ਵਿਕਾਸ ਵਾਸਤੇ ਵਰਤਦਾ ਹੈ। ਕੁਦਰਤ ਦੀ ਵੱਡੀ ਦੇਣ ਹੈ ਬੱਚਿਓ ਇੱਕ ਸਾਧਨ। ਹੋਰ ਦੇਸ਼ਾਂ ਦਾ ਮੁਕਾਬਲਾ ਕਰਨ ਲਈ ਅਤੇ ਵਿਕਾਸ ਨੂੰ ਬਹੁਤ ਤੇਜ਼ੀ ਨਾਲ ਵਧਾਉਣ ਲਈ ਜੋ ਮਨੁੱਖ ਹੈ ਉਹ ਸਾਧਨਾਂ ਨੂੰ ਤੇਜ਼ੀ ਨਾਲ ਖਤਮ ਕਰ ਰਿਹਾ ਹੈ। ਕਈ ਸਾਧਨ ਮੁੱਕਣਯੋਗ ਹਨ, ਆਪਾਂ ਹੁਣੀ ਇਸ ਬਾਰੇ ਚਰਚਾ ਵੀ ਕੀਤੀ ਸੀ। ਇੱਕ ਵਾਰੀ ਜੇ ਖਤਮ ਹੋ ਗਏ ਤਾਂ ਹੋ ਸਕਦਾ ਸਾਨੂੰ ਆਉਣ ਵਾਲੇ ਸਮੇਂ ਵਿੱਚ ਇਹ ਕਦੇ ਵੀ ਵਾਪਿਸ ਨਾ ਮਿਲਣ। ਜਿਵੇਂ ਕਿ ਅੱਜ ਦੀ ਘੜੀ ਪੈਟਰੋਲ ਦਾ ਆਪਾਂ ਯੂਜ਼ ਕਰ ਰਹੇ ਹਾਂ, ਦੇਖਦੇ ਹਾਂ ਆਪਾਂ ਮਹਿੰਗਾ ਹੋਈ ਜਾ ਰਿਹਾ। ਕਿਉਂ ਹੋਈ ਜਾ ਰਿਹਾ? ਕਿਉਂਕਿ ਉਹਦੀ ਵਰਤੋਂ ਜ਼ਿਆਦਾ ਹੈ, ਰਿਨਿਊ ਹੋ ਨਹੀਂ ਰਿਹਾ। ਤਾਂ ਹੋ ਸਕਦਾ ਇਹ ਇੱਕ ਵਾਰੀ ਖਤਮ ਹੋ ਜਾਣ ਅਤੇ ਸ਼ਾਇਦ ਸਾਨੂੰ ਦੁਬਾਰਾ ਕਦੇ ਵੀ ਪ੍ਰਾਪਤ ਨਾ ਹੋਣ। ਇਸ ਲਈ ਸਾਧਨਾਂ ਦੀ ਸਾਂਭ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ। ਸਾਧਨਾਂ ਦੀ ਸੰਭਾਲ ਜਿਹੜੀ ਹੈ ਉਹ ਕਿਵੇਂ ਕੀਤੀ ਜਾ ਸਕਦੀ ਹੈ? ਸਭ ਤੋਂ ਪਹਿਲੀ ਗੱਲ ਬੱਚੇ, ਸਾਧਨਾਂ ਦੀ ਪੂਰੀ ਵਰਤੋਂ ਕਰੋ। ਉਸ ਦਾ ਦੁਰਉਪਯੋਗ ਨਾ ਕੀਤਾ ਜਾਵੇ, ਉਸ ਨੂੰ ਤਬਾਹੀ ਤੋਂ ਰੋਕਿਆ ਜਾਵੇ। ਜੰਗਲ, ਮਿੱਟੀ ਆਦਿ ਜਿਹੜੇ ਇਹੋ ਜਿਹੇ ਸਾਧਨ ਨੇ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾਵੇ। ਦੁਬਾਰਾ ਵਰਤੇ ਜਾਣ ਵਾਲੇ ਸਾਧਨਾਂ ਦੀ ਮੁੜ ਵਰਤੋਂ ਕੀਤੀ ਜਾਵੇ। ਜਿਵੇਂ ਕਿ ਪਾਣੀ ਦੀ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਸਾਡਾ RO ਵਾਲਾ ਪਾਣੀ ਦਾ ਵੇਸਟੇਜ ਨਿਕਲਦਾ ਉਹਨੂੰ ਅਸੀਂ ਪੌਦਿਆਂ ਲਈ ਯੂਜ਼ ਕਰੀਏ, ਹੈ ਨਾ, ਉਸਨੂੰ ਬਰਬਾਦ ਨਾ ਕੀਤਾ ਜਾਵੇ। ਵਰਤੋਂ ਸੰਬੰਧੀ ਨਿਯਮ ਬਣਾਏ ਜਾਣ। ਵਿੱਦਿਆ, ਗਿਆਨ ਅਤੇ ਤਕਨੀਕੀ ਸਿੱਖਿਆ ਦਾ ਪੱਧਰ ਉੱਚਾ ਕੀਤਾ ਜਾ ਸਕੇ ਤਾਂ ਜੋ ਜਿੰਨੇ ਵੀ ਸਾਧਨ ਨੇ ਉਹ ਪੂਰੀ ਤਰ੍ਹਾਂ ਵਰਤੇ ਜਾਣ, ਉਹ ਵੇਸਟ ਨਾ ਹੋਣ। ਇਸ ਪ੍ਰਕਾਰ ਅਸੀਂ ਜਿਹੜੇ ਰਿਸੋਰਸਿਸ ਨੇ, ਸਾਡੇ ਸਾਧਨ ਨੇ, ਉਹਨਾਂ ਦੀ ਸਾਂਭ ਸੰਭਾਲ ਅਸੀਂ ਕਰ ਸਕਦੇ ਹਾਂ। ਬੱਚੇ, ਇਹ ਤੁਹਾਡਾ ਪੂਰਾ ਚੈਪਟਰ ਹੈ। ਜੇ ਇਹ ਚੈਪਟਰ ਤੁਸੀਂ ਚੰਗੀ ਤਰ੍ਹਾਂ ਪੜ੍ਹ ਲੈਂਦੇ ਹੋ, ਟੇਬਲ ਨੋਟ ਚੰਗੀ ਤਰ੍ਹਾਂ ਪੜ੍ਹ ਲੈਂਦੇ ਹੋ, ਵੀਡੀਓ ਨੂੰ 2-3 ਵਾਰ ਤੁਸੀਂ ਦੇਖੋਗੇ ਤਾਂ ਤੁਹਾਡਾ ਕੋਈ ਵੀ ਕੁਐਸਚਨ ਇਸ ਤੋਂ ਬਾਹਰ ਨਹੀਂ ਹੋਵੇਗਾ। ਬੱਚੋ, ਚੰਗੀ ਤਰ੍ਹਾਂ ਇਸ ਵੀਡੀਓ ਨੂੰ ਦੇਖਣਾ। ਵੀਡੀਓ ਪਸੰਦ ਆਈ, ਤੁਹਾਨੂੰ ਚੈਪਟਰ ਸਮਝ ਆਇਆ ਤਾਂ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰੋ।